ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸੂਰਜ ਪ੍ਰਕਾਸ਼ ਵਿੱਚੋਂ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਤੇ ਆਓ ਕੁਛ ਝਾਤ ਮਾਰੀਏ, ਕੁਛ ਜੀਵਨ ਦੀ ਸੇਧ ਲਈਏ। ਗੁਰੂ ਨਾਨਕ ਦੇਵ ਜੀ ਬਹੁਤ ਹੀ ਦਿਆਲੂ ਸੁਭਾਅ ਦੇ ਸਨ। ਉਹ ਸਭ ਦੀਆਂ ਝੋਲੀਆਂ ਭਰਦੇ ਸਨ। ਉਹਨਾਂ ਦੇ ਘਰ ਕੋਈ ਵੀ ਆ ਜਾਂਦਾ ਸੀ, ਉਸ ਨੂੰ ਖਾਲੀ ਨਹੀਂ ਜਾਣ ਦਿੰਦੇ ਸਨ। ਮਾਤਾ ਤ੍ਰਿਪਤਾ ਆਏ, ਲੱਖੋਂ ਨੇ ਆਵਾਜ਼ ਮਾਰ ਕੇ ਭੈਣ ਨੂੰ ਕੋਲ ਬਿਠਾ ਲਿਆ ਤੇ ਆਖਣ ਲੱਗੀ, ਭੈਣ, ਰੱਬ ਨੇ ਤੈਨੂੰ ਪੁੱਤਰ ਸੁਨੱਖਾ ਤੇ ਬੜਾ ਸੋਹਣਾ ਦਿੱਤਾ ਹੈ। ਦੁਨੀਆ ਦਾ ਸਾਰਾ ਰੂਪ ਜੋਬਨ ਖਬਰੇ ਇਸੇ ਨੂੰ ਹੀ ਪਰਮੇਸ਼ਵਰ ਨੇ ਦੇ ਦਿੱਤਾ ਹੈ। ਉੱਚਾ ਲੰਮਾ ਕੱਦ, ਬੁੱਤ ਵੀ ਬੜਾ ਵਾਹਵਾ ਚੰਗਾ ਹੈ। ਜਿਉਂਦਾ ਰਹੇ, ਉਮਰ ਵਾਲਾ ਹੋਵੇ। ਪਰ ਭੈਣ, ਅਕਲ ਕੋਈ ਨਹੀਂ ਸੂ। ਤੇਰੇ ਜੁੱਗਾ ਅੱਜ ਵੀ ਕੋਈ ਨਹੀਂ ਤੇ ਕੱਲ ਵੀ। ਭਲਾ ਮੰਗਤਿਆਂ ਨੂੰ ਕੋਈ ਲੱਪ ਬੁੱਕ ਆਟਾ ਪਾਉਂਦਾ ਏ, ਕੋਈ ਪਾਟਾ ਪੁਰਾਣਾ ਲਥੋੜ ਕੱਪੜਾ ਦਿੰਦਾ ਏ। ਭੈਣੇ, ਮੈਂ ਤਾਂ ਦੇਖ ਕੇ ਹੈਰਾਨ ਹੋ ਗਈ ਆ। ਇੱਕ ਮਟਕਾ ਆਟੇ ਦਾ ਚੁਕਾ ਦਿੱਤਾ ਸੂ, ਕਮਲਿਆਂ ਵਾਂਗ ਦਿੱਤੀ ਜਾ ਰਿਹਾ ਹੈ। ਘਰ ਦੀ ਖਿੱਚ ਪੀੜ ਹੀ ਕੋਈ ਨਹੀਂ ਹੈ। ਘਬਰਾਈ ਹੋਈ ਮਾਤਾ ਤ੍ਰਿਪਤਾ ਨੇ ਕਿਹਾ, ਹੌਲੀ ਗੱਲ ਕਰ ਭੈਣ, ਕਿਤੇ ਲਾਲ ਸੁਣ ਨਾ ਲਵੇ। ਜੇ ਸੁਣ ਕੇ ਬਾਹਰ ਨੂੰ ਚਲਾ ਗਿਆ ਤਾਂ ਸਾਰੀ ਕੀਤੀ ਕਰਾਈ ਖੂਹ ਵਿੱਚ ਪੈ ਜਾਵੇਗੀ। ਫਿਰ ਇਸ ਨੇ ਲੱਭਣਾ ਨਹੀਂ। ਇਹ ਮੰਗਤੇ ਵੀ ਵਿਹੀਆਂ ਹੀ ਪਾ ਲੈਂਦੇ ਨੇ। ਭੈਣ, ਕੀ ਦੱਸਾਂ, ਸਵੇਰੇ ਤੋਂ ਪਤਾ ਨਹੀਂ ਕਿਤਨੇ ਹੀ ਆ ਚੁੱਕੇ ਨੇ। ਮਾਤਾ ਜੀ, ਹਾਂ ਪੁੱਤ ਜੀ। ਇਹ ਮਾਸੀ ਜੀ ਕੀ ਆਖਦੇ ਨੇ ਪਏ? ਗੱਲ ਭਲਾ ਕਿ ਤ੍ਰਿਪਤਾ, ਕੁਝ ਨਹੀਂ ਪੁੱਤ, ਤੈਨੂੰ ਕੁਝ ਨਹੀਂ ਕਹਿੰਦੇ। ਮੇਰੇ ਨਾਲ ਗੱਲਬਾਤ ਪਏ ਕਰਦੇ ਨੇ। ਚਿਰਾਂ ਬਾਅਦ ਭੈਣਾਂ ਮਿਲੀਆਂ ਹਨ। ਮਾਤਾ ਜੀ, ਝੂਠ ਨਾ ਬੋਲੋ। ਝੂਠ ਬੋਲਣਾ ਮਹਾ ਪਾਪ ਹੈ। ਮੈਂ ਸੁਣ ਲਿਆ ਹੈ, ਇਹੋ ਆਖਿਆ ਹੈ ਨਾ ਕਿ ਤੇਰਾ ਪੁੱਤ ਨੂੰ ਅਕਲ ਹੀ ਨਹੀਂ ਹੈ, ਨਿਰਾ ਕਮਲਾ ਹੈ। ਘਬਰਾਉਣ ਦੀ ਕੋਈ ਲੋੜ ਨਹੀਂ ਮਾਸੀ ਜੀ, ਤੁਹਾਡੇ ਘਰ ਵੀ ਇਦਾਂ ਦਾ ਕਮਲਾ ਹੀ ਆ ਜਾਵੇਗਾ। ਇਹ ਸਹਿਜ ਸੁਭਾਅ ਦਾ ਹੀ ਸੁਭਾਵਕ ਵਚਨ ਸੀ ਜੋ ਪੂਰਾ ਹੋ ਗਿਆ। ਮਾਸੀ ਲੱਖੋ ਦੇ ਘਰ ਮਹਾਪੁਰਸ਼ ਬਾਬਾ ਤਮਣ ਜੀ ਹੋਏ, ਜ਼ਿਲ੍ਹੇ ਲਾਹੌਰ ਵਿੱਚ। ਇਹ ਗੱਲ ਹੋ ਹੀ ਰਹੀਆਂ ਸਨ ਕਿ ਮਹਿਤਾ ਕਾਲੂ ਜੀ ਆ ਗਏ। ਨਾਨਕ, ਤੂੰ ਇੱਥੇ ਬੈਠਾ ਹੈ? ਉੱਧਰ ਸਾਰੀ ਬਰਾਦਰੀ ਤੇ ਪ੍ਰੋਹਤ ਜੀ ਤੇਰੀ ਉਡੀਕ ਵਿੱਚ ਹਨ। ਛੇਤੀ ਕਰ ਚੱਲ। ਇਹ ਸੁਣ ਕੇ ਪਿਤਾ ਜੀ ਨਾਲ ਤੁਰ ਪਏ। ਨਿਯਤ ਕੀਤੀ ਥਾਂ ਤੇ ਪੰਡਿਤ ਹਰਦਿਆਲ ਜੀ ਕੋਲ ਕਾਲੂ ਜੀ ਨੇ ਜਾ ਬਿਠਾਇਆ। ਇਸ ਸੁਨੱਖੇ ਵਾਲ ਨੂੰ ਦੇਖ ਕੇ ਸਾਰੀ ਬਰਾਦਰੀ ਹੈਰਾਨ ਹੋ ਗਈ। ਇੰਨਾ ਸੁਹੱਪਣ ਤੇ ਰੌਸ਼ਨੀ ਜਿਹਾ, ਕਰੋੜਾਂ ਸੂਰਜ ਚਮਕ ਉੱਠਦੇ ਹਨ। ਸਭ ਦਾ ਦਿਲ ਕਰਦਾ ਹੈ ਨਾਨਕ ਜੀ ਨੂੰ ਦੇਖੀ ਜਾਣ। ਸਭ ਭਾਈਚਾਰੇ ਤੇ ਆਂਢ ਗੁਆਂਢ ਦੇ ਸੱਜਣ ਮਿੱਤਰ ਨੇੜੇ ਦੂਰੋਂ ਆਏ ਹੋਏ ਹਨ। ਅੱਜ ਇਹ ਇੱਕ ਤਕੜਾ ਜਗ ਸਮਾਗਮ ਭੰਡਾਰਾ ਸੀ। ਕੁੱਲ ਦੇ ਪ੍ਰੋਹਤ ਨੇ ਰਸਮੋ ਰਿਵਾਜ ਅਨੁਸਾਰ ਵੇਦ ਮੰਤਰਾਂ ਦਾ ਉਚਾਰਨ ਸ਼ੁਰੂ ਕੀਤਾ। ਨਾਨਕ ਜੀ ਬੜੇ ਸਾਊ ਦੀ ਤਰ੍ਹਾਂ ਬੈਠੇ ਸੁਣਦੇ ਰਹੇ। ਸਭ ਕੁਝ ਹੁੰਦਾ ਵੇਖਦੇ ਤੇ ਕਰਦੇ ਰਹੇ। ਪੂਜਾ ਪਾਠ ਕਰ ਚੁੱਕਣ ਤੋਂ ਬਾਅਦ ਜਦ ਪ੍ਰੋਹਤ ਹਰਦਿਆਲ ਜੀ ਨੇ ਗਲੇ ਵਿੱਚ ਜਨੇਊ ਪਾਉਣ ਲੱਗਾ ਤਾਂ ਉਹਨਾਂ ਪ੍ਰੋਹਤ ਦੀ ਬਾਂਹ ਫੜ ਲਈ ਤੇ ਕਿਹਾ, ਪ੍ਰੋਹਤ ਜੀ, ਇਹ ਕੀ ਕਰਨ ਲੱਗੇ ਹੋ? ਇਹ ਧਾਗਾ ਕਿਹਾ ਮੇਰੇ ਗਲ ਵਿੱਚ ਪਾਉਂਦੇ ਹੋ, ਇਸ ਦਾ ਕੀ ਭਾਵ ਹੈ? ਇਸ ਦੇ ਪਾਉਣ ਦਾ ਕੀ ਮਤਲਬ ਹੁੰਦਾ ਹੈ? ਮੈਨੂੰ ਸਾਰੀ ਗੱਲ ਚੰਗੀ ਤਰ੍ਹਾਂ ਸਮਝਾ ਦਿਓ। ਜੇ ਮੇਰੀ ਤਸੱਲੀ ਹੋ ਗਈ ਤੇ ਮੈਂ ਪਾ ਲਵਾਂਗਾ। ਪੰਡਤ ਜੀ ਕਹਿਣ ਲੱਗੇ, ਨਾਨਕ, ਇਹ ਜਨੇਊ ਹੈ। ਉੱਚੀ ਕੁੱਲ ਨੂੰ ਛਤਰੀਏ ਦੀ ਨਿਸ਼ਾਨੀ ਹੈ। ਜੋ ਹਿੰਦੂ ਇਹ ਨਾ ਪਾਵੇ ਉਸ ਨੂੰ ਨੀਚ ਕਹਿੰਦੇ ਹਨ। ਪੰਡਤ ਜੀ, ਤੁਹਾਡੇ ਵਿਚਾਰ ਮੇਰੇ ਹਿਰਦੇ ਨੂੰ ਸੰਤੁਸ਼ਟ ਨਹੀਂ ਕਰ ਸਕੇ। ਨਾਨਕ ਜੀ ਨੇ ਆਖਿਆ, ਉੱਚੀ ਜਾਤ ਉਸ ਦੀ ਹੈ ਜੋ ਉੱਚੇ ਕਰਮ ਕਰਦਾ ਹੈ। ਨੀਵੀਂ ਜਾਤ ਉਸ ਦੀ ਹੁੰਦੀ ਹੈ ਜੋ ਨੀਵੇਂ ਗੰਦੇ ਕੁਕਰਮ ਕਰੇ। ਇੱਕ ਪੰਡਿਤ ਅਗਰ ਨੀਵੇਂ ਮਾੜੇ ਗੰਦੇ ਕੁਕਰਮ ਕਰਦਾ ਹੈ ਤਾਂ ਉਹ ਇਹ ਧਾਗਾ ਪਾਉਣ ਨਾਲ ਉੱਚ ਜਾਤੀਆਂ ਦਾ ਨਹੀਂ ਹੋ ਸਕਦਾ। ਪੰਡਤ ਜੀ ਕਹਿਣ ਲੱਗੇ, ਨਾਨਕ, ਇਹ ਵੇਦ ਰੀਤੀ ਬੜੀ ਪੁਰਾਣੀ ਹੈ।
ਵੱਡੇ ਵੱਡੇ ਰਿਸ਼ੀ ਮੁਨੀ ਮਹਾਤਮਾ ਤਵੀਸਵਰ ਤੇ ਅਵਤਾਰ ਇਸ ਨੂੰ ਪਹਿਨਦੇ ਆਏ ਹਨ। ਇਹ ਰੱਖੂ ਕੁਲ ਰੀਤ ਦੀ ਉਲੰਘਣਾ ਕਰਨੀ ਤੇਰੇ ਵਰਗੇ ਸਿਆਣੇ ਬੱਚਿਆਂ ਨੂੰ ਸ਼ੋਭਾ ਨਹੀਂ ਦਿੰਦੀ। ਇਸ ਦੇ ਪਾਉਣ ਨਾਲ ਲੋਕ ਪ੍ਰਲੋਕ ਵਿੱਚ ਮਾਣ ਪ੍ਰਾਪਤ ਹੁੰਦਾ ਹੈ। ਬੱਚਿਆਂ ਨੂੰ ਕੁਲ ਰੀਤੀ ਵਿੱਚ ਹੱਠ ਕਰਨਾ ਚੰਗਾ ਨਹੀਂ ਲੱਗਦਾ। ਲੈ ਗਲ ਵਿੱਚ ਪਾ ਲੈ। ਵੇਖੋ ਨਾ ਪੰਡਤ ਜੀ, ਜਦੋਂ ਕਿਸੇ ਗੱਲ ਤੇ ਵਿਚਾਰ ਕਰਨ ਲੱਗੀਏ ਤਾਂ ਉਸ ਵਿੱਚ ਵੱਡਿਆਂ ਬਜ਼ੁਰਗਾਂ, ਰਿਸ਼ੀਆਂ, ਮਹਾਤਮਾਵਾਂ, ਅਵਤਾਰਾਂ, ਪੀਰਾਂ, ਪੈਗੰਬਰਾਂ ਦੇ ਵਾਸਤੇ ਦੀ ਕੀ ਲੋੜ ਹੈ। ਮੈਂ ਹੱਠ ਨਹੀਂ ਕਰਦਾ, ਜਨੇਊ ਪਾਉਣ ਤੋਂ ਇਨਕਾਰ ਨਹੀਂ ਕਰਦਾ, ਪਰ ਤੁਸੀਂ ਵੇਦਾਂ ਸ਼ਾਸਤਰਾਂ ਦੇ ਵਕਿਆਤਾ ਹੋ। ਵਿਚਾਰ ਨਾਲ ਮੇਰੀ ਤਸੱਲੀ ਕਰਵਾਓ। ਇਸ ਦੇ ਇਹ ਗੁਣ ਹਨ। ਮੈਨੂੰ ਤਸੱਲੀ ਹੋ ਗਈ ਤਾਂ ਮੈਂ ਪਾ ਲਵਾਂਗਾ। ਇਹ ਜਨੇਊ ਜਿਹੜਾ ਤੁਸੀਂ ਮੈਨੂੰ ਪਾਉਣਾ ਚਾਹੁੰਦੇ ਹੋ, ਇਹ ਮੈਲਾ ਹੋ ਕੇ ਟੁੱਟੇਗਾ ਨਹੀਂ, ਗਲ ਸੜ ਕੇ ਨਹੀਂ ਜਾਵੇਗਾ। ਪ੍ਰੋਹਤ ਜੀ ਕਹਿਣ ਲੱਗੇ, ਨਹੀਂ ਨਾਨਕ, ਇਹ ਧਾਗਾ ਹੈ, ਇਸ ਨੇ ਪੁਰਾਣਾ ਤਾਂ ਹੋ ਜਾਣਾ ਹੈ, ਮੁੜ ਕੇ ਨਾਲ ਪਾਣੀ ਨਾਲ ਭਿੱਜ ਭਿੱਜ ਕੇ ਖਰਾਬ ਵੀ ਹੋ ਜਾਣਾ ਹੈ, ਤਾਂ ਲਾ ਕੇ ਹੋਰ ਨਵਾਂ ਪਾ ਲੈਣਾ। ਨਹੀਂ ਪ੍ਰੋਹਿਤ ਜੀ, ਮੈਨੂੰ ਇਹ ਕੱਚਾ ਸੌਦਾ ਜੱਚਦਾ ਨਹੀਂ। ਤੁਸੀਂ ਹੁਣੇ ਕਿਹਾ ਕਿ ਇਹ ਲੋਕ ਪ੍ਰਲੋਕ ਵਿੱਚ ਮਾਨ ਦਿੰਦਾ ਹੈ। ਜਦੋਂ ਇਹ ਇੱਥੇ ਹੀ ਸੜ ਜਾਣਾ ਹੈ ਤਾਂ ਪ੍ਰਲੋਕ ਵਿੱਚ ਮੇਰੇ ਨਾਲ ਕਿਵੇਂ ਜਾਵੇਗਾ। ਸਾਰੀ ਬਰਾਦਰੀ ਤੇ ਸ਼ਰੀਕਾ ਇਸ ਚਰਚਾ ਨੂੰ ਬੜੇ ਧਿਆਨ ਨਾਲ ਸੁਣ ਰਿਹਾ ਸੀ। ਅੱਜ ਤੱਕ ਜਨੇਊ ਪਾਉਣ ਵੇਲੇ ਕਦੇ ਕਿਸੇ ਨੇ ਪੰਡਤ ਜੀ ਨੂੰ ਕੋਈ ਐਸੀ ਗੱਲ ਕਹੀ ਨਹੀਂ ਸੀ। ਪੰਡਤ ਜੀ ਦੇ ਵੀ ਅੱਜ ਭਾਉ ਦੀ ਬਣੀ ਹੋਈ ਸੀ। ਇਹੋ ਜਿਹਾ ਜਜਮਾਨ ਕੋਈ ਕਦੇ ਜ਼ਿੰਦਗੀ ਵਿੱਚ ਟੱਕਰਿਆ ਨਹੀਂ ਸੀ। ਕਦੀ ਪੀੜ੍ਹੀਆਂ ਵਿੱਚ ਸਭ ਹੈਰਾਨ ਸਨ, ਦੇਖੋ ਹੁਣ ਕੀ ਬਣਦਾ ਹੈ, ਕੌਣ ਜਿੱਤਦਾ ਹੈ। ਮਹਿਤਾ ਕਾਲੂ ਜੀ ਦਾ ਪੁੱਤਰ ਦੀ ਇਸ ਚਰਚਾਵਾਦੀ ਦੇ ਅੰਦਰਲੇ ਅੰਦਰ ਔਖੇ ਹੋ ਰਹੇ ਸਨ, ਪਰ ਕਰਦੇ ਕੀ, ਸਾਰੀ ਬਿਰਾਦਰੀ ਸ਼ੋਕ ਨਾਲ ਸੁਣ ਰਹੀ ਸੀ। ਪੰਡਤ ਜੀ ਉਹ ਜਨੇਊ ਪਾਉਣ ਜੋ ਮੈਲਾ ਨਾ ਹੋਵੇ, ਸੜੇ ਨਾ, ਟੁੱਟੇ ਨਾ, ਪ੍ਰਲੋਕ ਵਿੱਚ ਮੇਰੇ ਨਾਲ ਜਾਵੇ, ਸਹਾਇਕ ਹੋਵੇ। ਐਸਾ ਪੱਕਾ ਜਨੇਊ ਕੋਈ ਤੁਹਾਡੇ ਵੇਦ ਸ਼ਾਸਤਰ ਵਿੱਚ ਹੈ ਤਾਂ ਮੈਨੂੰ ਪਾਓ, ਮੈਂ ਪਾਉਣ ਲਈ ਬੈਠਾ ਹਾਂ। ਪੰਡਤ ਹਰਦਿਆਲ ਜੀ ਬੋਲੇ, ਨਾਨਕ ਤੂੰ ਤਾਂ ਮਨ ਹੋਣੀਆਂ ਗੱਲਾਂ ਕਰਨ ਲੱਗ ਪਿਆ ਹੈ। ਸਾਰੇ ਵੱਡੇ ਵਡੇਰਿਆਂ ਨੇ ਤੇ ਐਸਾ ਨਹੀਂ ਕੋਈ ਅੱਜ ਤੱਕ ਇਹੋ ਜਿਹਾ ਜਨੇਊ ਪੜ੍ਹਿਆ ਸੁਣਿਆ ਨਹੀਂ। ਬਸ ਪ੍ਰੋਹਤ ਜੀ, ਫਿਰ ਰਹਿਣ ਦਿਓ। ਤੁਸੀਂ ਆਪ ਵੀ ਤੱਗੇ ਹੋ ਤਾਂ ਮੈਨੂੰ ਤੱਗ ਕਿਵੇਂ ਪਾਉਂਦੇ ਹੋ। ਤੁਸੀਂ ਕਹਿੰਦੇ ਹੋ ਡਿੱਠਾ ਸੁਣਿਆ ਨਹੀਂ ਤੇ ਮੈਂ ਪਾਇਆ ਹੋਇਆ ਹੈ। ਉਹ ਕਿਹੜਾ ਜਨੇਊ ਹੈ? ਨਾਨਕ ਦੱਸ ਤਾਂ ਦੇ, ਸਾਡਾ ਸੰਸਾਰ ਨਵਿੱਤਰ ਹੋ ਜਾਵੇ, ਸੋਝੀ ਆ ਜਾਵੇ ਐਸੇ ਟੁੱਟਣ ਵਾਲੇ ਜਨੇਊ ਦੀ। ਅੱਛਾ ਲਓ ਪ੍ਰੋਹਤ ਜੀ, ਧਿਆਨ ਨਾਲ ਸੁਣੋ। ਮੇਰਾ ਜਨੇਊ ਤਾਂ ਇਸ ਤਰ੍ਹਾਂ ਦਾ ਹੈ ਜੋ ਟੁੱਟ ਨਹੀਂ ਸਕਦਾ। ਸ਼ਲੋਕ ਮਹੱਲਾ ਪਹਿਲਾ। ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸਤ ਵਟ। ਇਹ ਜਨੇਊ ਜੀਆਂ ਕਾ ਹੈ ਹੀ ਨਾ ਪਾਂਡੇ ਖਤ, ਨਾ ਇਹ ਟੂਟੇ ਨਾ ਮਲ ਲਾਗੇ, ਨਾ ਇਹ ਜਲੇ ਨਾ ਜਾਏ। ਤਨ ਸੋ ਮਾਨਸ ਨਾਨਕਾ, ਜੋ ਗਲ ਚਲੇ ਪਾਏ। ਨਾਨਕ ਜੀ ਕਹਿਣ ਲੱਗੇ ਕਿ ਮੇਰਾ ਜਨੇਊ ਦਇਆ ਸੰਤੋਖ ਦਾ ਸੂਤ ਹੈ ਤੇ ਜਤ ਸਖਤ ਦੀ ਗੰਢ ਲੱਗੀ ਹੋਈ ਹੈ। ਇਹ ਜਨੇਊ ਨਾ ਹੀ ਟੁੱਟੇਗਾ, ਨਾ ਹੀ ਇਸ ਨੂੰ ਮੈਲ ਲੱਗੇਗੀ ਅਤੇ ਨਾ ਹੀ ਇਹ ਜਲੇਗਾ। ਧੰਨ ਹੈ ਉਹ ਮਾਨਸ ਜਿਸ ਨੇ ਇਹੋ ਜਿਹੇ ਜਨੇਊ ਨੂੰ ਪਾਉਣਾ ਕੀਤਾ ਹੈ। ਪੰਡਤ ਜੀ, ਅਜਿਹਾ ਜਨੇਊ ਬੰਦੇ ਨੂੰ ਨਰਕਾਂ ਤੋਂ ਬਚਾਉਂਦਾ ਹੈ, ਲੋਕ ਪਰਲੋਕ ਨਾਲ ਰਹਿੰਦਾ ਹੈ। ਪਰ ਬੜੀ ਅਨੋਖੀ ਗੱਲ ਹੈ, ਜਿਹੜੇ ਲੋਕ ਆਪ ਬੇਤੰਗੇ ਹਨ ਉਹ ਲੋਕਾਂ ਦੇ ਗਲ ਧਾਗੇ ਵੱਟ ਕੇ ਪਾਉਂਦੇ ਫਿਰਦੇ ਹਨ। ਸੱਚ ਨੀਚ ਜਾਤੀ ਦੇ ਸ਼ੂਦਰ ਬਣੇ ਫਿਰਦੇ ਹਨ। ਔਰਤਾਂ ਦੇ ਗਲ ਵਿੱਚ ਕਿਹੜਾ ਜਨੇਊ ਪਾਉਂਦੇ ਹੋ? ਉੱਚ ਜਾਤੀ ਦੀਆਂ ਬਣ ਕੇ ਉਸ ਸ਼ੂਦਰ ਰਾਣੀਆਂ ਨਾਲ ਵਰਤਦੇ ਹੋ। ਉਹਨਾਂ ਦਾ ਰਿੰਨਿਆ ਪੱਕਿਆ ਖਾਂਦੇ ਹੋ। ਜਿਨ੍ਹਾਂ ਦੇ ਨੇਤਰਾਂ, ਹੱਥਾਂ, ਪੈਰਾਂ, ਜੀਭਾਂ, ਕੰਨਾਂ ਤੇ ਹੋਰ ਇੰਦਰੀਆਂ ਨੂੰ ਕਾਬੂ ਕਰਨ ਵਾਲਾ ਧਾਗਾ ਨਹੀਂ, ਕਿ ਉਹ ਬੇਤੰਗੇ ਨਹੀਂ ਹਨ।
ਇਸ ਮੇਰੇ ਦੱਸੇ ਜਨੇਊ ਤੋਂ ਬਿਨਾ ਤੁਸੀਂ ਬੇਤੰਗੇ ਨਹੀਂ। ਪੰਡਤ ਜੀ ਹੋਰ ਪ੍ਰਮਾਣ ਲਓ। ਤਗਸੂ ਇੰਦਰੀ ਤੁਗਸੂ ਨਾਰੀ, ਪਲਕੇ ਥੁੱਕ ਪਵੇ ਨਿਤ ਦਾੜੀ। ਤੁਗ ਨਾ ਪੈਰੀ ਤੁਗ ਨਾ ਹੱਥੀ, ਤੁਗ ਨਾ ਜੀਵਾਂ ਤਗ ਨਾ ਅੱਖੀ। ਸੋ ਪੰਡਤ ਜੀ, ਇਹਨਾਂ ਬਾਹਰਲੇ ਭੇਖਾਂ ਨਾਲ ਦੁਨੀਆ ਠੱਗੀ ਜਾ ਸਕਦੀ ਹੈ, ਪਰ ਪਰਮੇਸ਼ਵਰ ਨਹੀਂ ਠੱਗਿਆ ਜਾਂਦਾ। ਉਸ ਦੀ ਦਰਗਾਹੇ ਤਾਂ ਅਮਲਾਂ ਦੇ ਨਵੇੜੇ ਹੋਣੇ ਹਨ। ਚੰਗੇ ਮੰਦੇ ਸਾਡੇ ਕੀਤੇ ਕਰਮ ਗਵਾਹ ਹੋਣਗੇ, ਜੋ ਇੱਥੇ ਦੁਨੀਆ ਵਿੱਚ ਕਰਾਂਗੇ। ਇਹ ਸੁਣ ਕੇ ਪੰਡਿਤ ਹਰਦਿਆਲ ਬੋਲ ਨਾ ਸਕਿਆ। ਸਭ ਸਰੋਤੇ ਸੁਣ ਕੇ ਅੱਛ ਅੱਛ ਕਰ ਉੱਠੇ। ਰਾਏ ਭੁਲਾਰ ਨੇ ਉੱਠ ਕੇ ਨਾਨਕ ਦੇ ਚਰਨਾਂ 'ਤੇ ਸਜਦਾ ਕੀਤਾ ਤੇ ਆਖਿਆ, ਪਾਕ ਪਵਿੱਤਰ ਦਰਗਾਹ ਮੇਰੀ ਨਗਰੀ ਭਾਗਾਂ ਵਾਲੀ ਹੋ ਗਈ ਹੈ। ਕਹਿੰਦਾ ਹੋਇਆ ਸਜਿਆ ਕਰਕੇ ਚਲਾ ਗਿਆ। ਪੰਡਤ ਜੀ ਵੀ ਨਿਰੰਤਰ ਹੋ ਕੇ ਚਲੇ ਗਏ। ਅੱਖੀ ਜਾਣ ਜੋ ਕੁਝ ਟੇਵਾ ਲਿਖਣ ਵਾਲੇ ਅਨੁਭਵ ਕੀਤਾ ਸੀ, ਪ੍ਰਤੱਖ ਦੇਖ ਲਿਆ ਹੈ। ਬੜਾ ਭੰਡਾਰਾ ਵਰਤਿਆ। ਸਭ ਸੱਜਣਾਂ ਦੇ ਰਸਨਾ ਵਿੱਚ ਇਹੀ ਸੀ, ਧੰਨ ਨਾਨਕ ਤੇਰੀ ਵੱਡੀ ਕਮਾਈ। ਗੁਰੂ ਨਾਨਕ ਦੇਵ ਜੀ ਦੀ ਕੀਤੀਆਂ ਹੋਈਆਂ ਵਿਆਖਿਆ ਨੂੰ ਸਭ ਨੇ ਮੰਨ ਲਿਆ ਤੇ ਮਨ ਦੇ ਵਿੱਚ ਸੰਤੋਖ ਪੈਦਾ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।